वंस अगेन वेलकम बैक टू द प्रोग्राम। पिछले 2 हफ्तिਆਂ ਤੋਂ ਇੱਕ ਨਵੀਂ ਸੀਰੀਜ਼ ਅਸੀਂ ਸ਼ੁਰੂ ਕੀਤੀ ਡਾਕਟਰ ਹਰਬੰਸ ਸਿੰਘ ਕੰਡੋਲਾ ਨਾਲ, ਜਿਹੜੇ ਕਿ ਕਮਿਊਨਿਟੀ ਦੇ ਇੱਕ ਜਾਣੀ ਪਛਾਣੀ ਸ਼ਖਸੀਅਤ ਹਨ ਕਿ ਅਸਲ ਵਿੱਚ ਧਰਮ ਦਾ ਕੀ ਮਕਸਦ ਹੈ, ਧਰਮ ਹੈ ਕੀ ਹੈ ਤੇ ਕਿਸ ਤਰੀਕੇ ਨਾਲ ਧਰਮ ਜੋ ਹੈ ਉਸ ਨੂੰ ਅਸੀਂ ਆਪਣੇ ਜੀਵਨ ਦਾ ਇੱਕ ਅਹਿਮ ਹਿੱਸਾ ਬਣਾਉਣਾ ਹੈ। ਕੋਈ ਵੀ ਅਸੀਂ ਕੰਮ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿਉਂ ਕਰਦੇ ਹਾਂ। ਜਦ ਧਰਮ ਦੀ ਗੱਲ ਆਉਂਦੀ ਹੈ ਤਾਂ ਧਰਮ ਦੇ ਕੰਮ ਜਿਹੜੇ ਅਸੀਂ ਕਰਨੇ ਨੇ ਉਹ ਕਿਉਂ ਕਰਨੇ ਨੇ, ਉਹਨਾਂ ਦੇ ਨਾਲ ਕੀ ਪ੍ਰਾਪਤੀ ਹੋਣੀ ਹੈ, ਕਿਸ ਚੀਜ਼ ਤੇ ਅਸੀਂ ਫੋਕਸ ਕਰਨਾ ਹੈ, ਕਿਵੇਂ ਉਸ ਸੋਚ ਵਿੱਚ ਪਰਿਵਰਤਨ ਲਿਆਉਣਾ ਹੈ। ਆਓ ਇसी ਸੰਬੰਧ ਵਿੱਚ ਇਸ ਚੀਜ਼ ਨੂੰ ਫੋਕਸ ਲੈ ਕੇ ਕੁਝ ਐਗਜ਼ਾਮਪਲਸ ਨਾਲ ਅੱਜ ਗੱਲਬਾਤ ਕਰਾਂਗੇ ਤਾਂ ਕਿ ਇਹ ਪ੍ਰੋਗਰਾਮਸ ਦਾ ਜੋ ਸਾਡਾ ਕਰਨ ਦਾ ਮਕਸਦ ਹੈ ਕਿ ਜੋ ਸਾਡੇ ਆਲੇ ਦੁਆਲੇ ਜੋ ਕੁਝ ਚੱਲ ਰਿਹਾ ਹੈ ਉਸ ਨੂੰ ਮੁੱਖ ਆਧਾਰ ਬਣਾ ਕੇ ਅਸੀਂ ਇੱਕ ਦੂਸਰੇ ਨਾਲ ਵਿਚਾਰ ਵਟਾਂਦਰਾ ਕਰ ਸਕੀਏ। ਸਵਾਗਤ ਕਰਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਦਾ। ਜੀ ਆਨੰਦ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਜਿਸ ਤਰ੍ਹਾਂ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈਗੀ ਹੈ ਦ ਮੀਨਿੰਗ ਆਫ ਰਿਲੀਜਨ, ਜੀ ਅਸੀਂ ਪਿਛਲੇ ਐਪੀਸੋਡ ਵਿੱਚ ਇਹ ਵਿਚਾਰ ਕੀਤੀ ਸੀ ਕਿ ਧਰਮ ਪੱਖੋਂ ਜੋ ਪ੍ਰਚਾਰਿਆ ਜੋ ਸੁਣਾਇਆ ਜਾ ਰਿਹਾ ਬਹੁਤਾਤ ਕਰਕੇ ਜੀ ਆਪਾਂ ਐਗਜ਼ਾਮਪਲਾਂ ਦੇ ਰਾਹੀਂ ਡਿਸਕਸ ਕੀਤਾ ਸੀ ਕਿ ਜੀਵਨ ਜਾਚ ਜਾਂ ਸੱਚ ਦਾ ਮਾਰਗ ਨਹੀਂ ਹੈ। ਠੀਕ, ਮਨੁੱਖ ਨੂੰ ਗੁੱਡ ਹਿਊਮਨ ਸਚਿਆਰਾ ਬਣਾਉਣਾ ਉਹਦਾ ਮਕਸਦ ਨਹੀਂ ਹੈ। ਸੋਚ ਸੰਸਕਾਰ ਬਿਹੇਵੀਅਰ ਬਦਲਣਾ ਨਹੀਂ ਹੈ। ਉਹ ਤੇ ਇੱਕ ਬਿਹੇਵੀਅਰ ਕੰਟਰੋਲ ਦਾ ਸਾਧਨ ਅਸੀਂ ਕਹਿ ਸਕਦੇ ਹਾਂ। ਅਗਿਆਨਤਾ ਦੇ ਹਨੇਰੇ ਵਿੱਚੋਂ ਮਨੁੱਖ ਨੂੰ ਕੱਢਣਾ ਨਹੀਂ ਹੈ ਉਹਦਾ ਮਕਸਦ ਹੈ। ਅਗਿਆਨਤਾ ਦੇ ਹਨੇਰੇ ਵਿੱਚ ਹੀ ਰੱਖਣਾ ਅਗਰ ਸੱਚ ਪ੍ਰਚਾਰਿਆ ਹੁੰਦਾ। ਜਿਵੇਂ ਆਪਾਂ ਗੱਲ ਕੀਤੀ ਸੀ ਕਿ ਐਪੀਸੋਡਸ ਦੇ ਵਿੱਚ ਗੱਲ ਕੀਤੀ ਕਿ ਸੱਚ ਹੈ ਕੀ ਹੈ। ਚਾਹੇ ਪੈਗੰਬਰਾਂ ਨੇ ਰਹਿਬਰਾਂ ਨੇ ਜੋ ਸੱਚ ਦਿੱਤਾ ਉਹ ਅਸਲੀ ਸੱਚ ਹੈ ਕੀ ਹੈ। ਅਗਰ ਐਸਾ ਸੱਚ ਪ੍ਰਚਾਰਿਆ ਹੁੰਦਾ ਤਾਂ ਜੀਵਨ ਜਾਚ ਦਾ ਗਿਆਨ ਦਿੱਤਾ ਹੁੰਦਾ ਤਾਂ ਮਨੁੱਖਤਾ ਅੰਦਰ ਅੱਜ ਸਟ੍ਰੈਸ ਡਿਪਰੈਸ਼ਨ ਜਿਹੜੀ ਚਿੰਤਾ ਨੇ ਮਾਰੇ ਹੋਏ ਮਨੁੱਖਤਾ ਨੂੰ ਐਂਗਜ਼ਾਇਟੀ ਵਰੀ ਨੇ ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਜ਼ਰੂਰ ਮਿਲ ਜਾਣਾ ਸੀਗਾ। ਪਰ ਐਸਾ ਹੋ ਨਹੀਂ ਰਿਹਾ ਹੈਗਾ। ਜੀ ਜੀ ਔਰ ਮੀਨਿੰਗ ਆਫ ਦ ਰਿਲ ਵਿੱਚ ਦੇ ਦਿੱਤੇ ਅਸੀਂ ਵਿਚਾਰ ਕਰਦੇ ਹਾਂ। ਇੱਕ ਇਸ ਦੀ ਵਿਚਾਰ ਕਰਦੇ ਹਾਂ ਵੀ ਐਕਸਟ੍ਰੀਮਲੀ ਇੰਪੋਰਟੈਂਟ ਸਾਡੇ ਸੱਚ ਸਾਹਮਣੇ ਆਉਂਦਾ ਹੈ ਕਿ ਧਰਮ ਰਿਲੀਜਨ ਸਪਿਰਿਚੁਅਲਿਟੀ ਜਾਂ ਗੁਰਬਾਣੀ ਕਹਿ ਲਓ ਦੀ ਸਿੱਖਿਆ ਗਿਆਨ ਦਾ ਸੰਬੰਧ ਸਿਰਫ ਤਾਂ ਸਿਰਫ ਮਨੁੱਖ ਦੇ ਮਨ ਨਾਲ ਹੈ, ਥਾਟਸ ਨਾਲ ਹੈ, ਕੌਨਸ਼ੀਅਸ ਨਾਲ ਹੈ, ਬੁੱਧੀ ਨਾਲ ਹੈ, ਬਿਹੇਵੀਅਰ ਨਾਲ ਹੈ, ਸੁਰਤ ਨਾਲ ਹੈ ਜਾਂ ਸੋਚ ਨਾਲ ਹੈ। ਜੀ ਇਹ ਮਨੁੱਖ ਦੇ ਸੰਸਕਾਰਾਂ ਨਾਲ ਹੈ, ਸੋਚ ਨਾਲ ਹੈ, ਬਿਹੇਵੀਅਰ ਨਾਲ ਹੈ, ਕਿਰਦਾਰ ਨਾਲ ਹੈ। ਇਹ ਜਾਂ ਇਹ ਆਖ ਲਓ ਕਿ ਮਨੁੱਖ ਦੀ ਅੰਦਰਲੀ ਦੁਨੀਆ ਸੰਵਾਰਨ ਨਾਲ ਹੈ। ਇਹਦਾ ਸੰਬੰਧ ਧਰਮ ਦਾ ਅੰਦਰਲੀ ਦੁਨੀਆ ਨੂੰ ਸੰਵਾਰਨ ਦਾ ਮਾਰਗ ਹੈ, ਆਤਮਿਕ ਸੁੰਦਰਤਾ ਦਾ ਮਾਰਗ ਹੈ। ਧਰਮ ਰਿਲੀਜਨ ਸਪਿਰਿਚੁਅਲਿਟੀ ਦਾ ਸੰਬੰਧ ਇਹ ਇੰਪੋਰਟੈਂਟ ਪੁਆਇੰਟ ਹੈਗਾ ਕਿ ਬਾਹਰਲੀ ਦੁਨੀਆ ਪਦਾਰਥਾਂ ਦੀ ਪ੍ਰਾਪਤੀ ਹੋਈ, ਮਟੀਰੀਅਲ ਸਕਸੈਸ ਹੋਈ ਜਾਂ ਕਹਿ ਲਓ ਵੀ ਹਾਇਰ GDP ਦੀ ਗੱਲ ਕਰ ਲਓ, ਇਕਨੋਮਿਕ ਪ੍ਰੋਗਰੈਸ ਹੋਈ, ਇਹਦੇ ਨਾਲ ਧਰਮ ਦਾ ਸੰਬੰਧ ਨਹੀਂ ਹੈ। ਇਹ ਪੁਆਇੰਟ ਬੜਾ ਇੰਪੋਰਟੈਂਟ ਆ ਤਾਂ ਕਿ ਅਸੀਂ ਜਿੰਨੇ ਵੀ ਧਰਮ ਦੇ ਕੰਮ ਕਰੀਏ ਉਹ ਕਿਹੜੇ ਮਕਸਦ ਨਾਲ ਕਰੀਏ। ਇਹ ਬਾਹਰਲੀ ਦੁਨੀਆ ਸੰਵਾਰਨ ਨਾਲ ਧਰਮ ਦਾ ਕੋਈ ਲੈਣ ਦੇਣ ਨਹੀਂ। ਇਹ ਬਾਈ ਪ੍ਰੋਡਕਟ ਹੋ ਸਕਦਾ ਹੈਗਾ। ਕੋਈ ਬਿਜ਼ਨਸ ਅੰਦਰ ਕੋਈ ਵਾਧਾ ਕਰਨਾ, ਇਹਦੇ ਵਿੱਚ ਧਰਮ ਦੇ ਵਿੱਚ ਕੋਈ ਇੰਸਟਰਕਸ਼ਨਾਂ ਨਹੀਂ ਗਈਆਂ। ਇਲੈਕਸ਼ਨਾਂ ਦੇ ਵਿੱਚ ਜਿੱਤ, ਕੋਰਟ ਕੇਸ, ਕੈਨੇਡਾ ਦਾ ਵੀਜ਼ਾ, ਜਿਵੇਂ ਯੂਨੀਵਰਸਿਟੀ ਅੰਦਰ ਪੁੱਤ ਨੂੰ ਵੀਜ਼ਾ ਮਿਲ ਜੇ, ਪੁੱਤਰ ਦੀ ਦਾਤ, ਕੈਂਸਰ ਵਰਗੀ ਟਿਊਮਰ ਜਿਹੜੀ ਸਾਡੀ ਇਹ ਨਿਕਲ ਜਾਏ, ਇਹ ਪੱਖ ਦੇ ਸਾਨੂੰ ਲਾਇਆ ਹੋਇਆ ਵਾ। ਧਰਮ ਦਾ ਇਹ ਮਕਸਦ ਨਹੀਂ ਹੈ। ਹੱਬੀ ਜੀ, ਤੇ ਮੈਂ ਇਹ ਦੱਸਾਂ, ਇੱਕ ਬਾਬੇ ਦੇ ਕੋਈ ਸੀਗੇ ਸੇਵਕ ਤੇ ਮੈਨੂੰ ਉਹਨਾਂ ਨੇ ਇਹ ਕਹਾਣੀ ਸੁਣਾਈ। ਕਹਿੰਦੇ ਜੀ ਉਹ ਇੱਕ ਸਿੱਖ ਸੀਗਾ, ਉਹਦੇ ਚੇਲਾ ਸੀਗਾ, ਉਹਦੇ ਸਿਰ ਦੇ ਵਿੱਚ ਟਿਊਮਰ ਸੀਗਾ। ਡਾਕਟਰਾਂ ਨੇ ਉਹਨੂੰ ਜਵਾਬ ਦੇ ਦਿੱਤਾ ਤੇ ਕਿਸੇ ਸੰਤ ਜੀ ਨੇ ਕਿਹਾ ਕਿ ਤੂੰ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ। ਠੀਕ ਹੈ। ਤੇ ਉਹਨੇ 2 ਪਾਠ ਕੀਤੇ। ਜਦੋਂ ਹਰਪ੍ਰੀਤ ਜੀ ਉਹ ਤੀਜੇ ਪਾਠ ਦੇ ਅੱਧ 'ਚ ਪਹੁੰਚਿਆ ਨਾ, ਉਹਦੀ ਰਿਪੋਰਟ ਆਈ ਕਿ ਉਹਦਾ ਟਿਊਮਰ ਬਿਲਕੁਲ ਖਤਮ ਹੋ ਗਿਆ ਤੇ ਕੋਈ ਦਵਾਈ ਨਹੀਂ ਲਈ ਹੈਗੀ ਜੀ, ਕੋਈ ਦਵਾਈ ਨਹੀਂ ਲਈ। ਇਹ ਧਰਮ ਪ੍ਰਚਾਰਿਆ ਜਾ ਰਿਹਾ ਸਾਨੂੰ। ਇਸ ਮਤਲਬ ਸੱਚ ਐਸੇ ਧਰਮ ਦੀ ਇਹਦੇ ਪਿੱਛੇ ਲੱਗੇ ਰਹੋ। ਇਹੋ ਹੀ ਧਰਮ ਹੈ। ਤੁਸੀਂ ਪਾਠ ਕਰੀ ਚੱਲੋ ਤੇ ਸੁਰਤ ਨਹੀਂ ਉੱਚੀ ਕਰਨੀ ਦੀ ਗੱਲ ਨਹੀਂ ਹੈ, ਬਿਹੇਵੀਅਰ ਚੇਂਜ ਦੀ ਗੱਲ ਨਹੀਂ ਹੈ। ਤੁਸੀਂ ਤੁਹਾਡਾ ਪਰਪਸ ਹੈਗਾ ਟਿਊਮਰ ਖਤਮ ਕਰਨ ਦਾ। ਔਰ ਦੇਖੋ ਸਾਡੇ ਆਪਣੇ ਰਿਸ਼ਤੇਦਾਰੀ 'ਚ ਹੈਗਾ, ਗੁਰਮੁਖ ਬੰਦੇ ਨੇ 24 ਘੰਟੇ ਪ੍ਰਚਾਰ ਹੁੰਦਾ, ਪਾਠ ਚੱਲਦਾ ਹੀ ਰਹਿੰਦਾ ਹੈਗਾ। ਉਹਨਾਂ ਦੇ ਟਿਊਮਰ ਹੋਇਆ ਤੇ ਉਹਨਾਂ ਦਾ ਤਾਂ ਹਟਿਆ ਨਹੀਂ, ਉਹ ਤਾਂ ਕੀਮੋਥੈਰੇਪੀ ਕਰਾ ਰਹੇ ਨੇ। ਠੀਕ ਹੈ, ਉਹ ਬੜੇ ਪੋਜ਼ਿਟਿਵ ਨੇ, ਉਹਨਾਂ ਨੂੰ ਭਾਣਾ ਮੰਨਣ ਦੀ ਸ਼ਕਤੀ ਹੈਗੀ ਆ ਉਹਨਾਂ ਕੋਲੇ, ਛੇਤੀ ਠੀਕ ਹੋ ਜਾਣਗੇ। ਪਰ ਇਹ ਆ ਵੀ
ਆ ਗੁੰਮਰਾਹ ਕੀਤਾ ਜਾ ਰਿਹਾ, ਬਜਾਏ ਇਹ ਦੱਸਣ ਦੇ ਕਿ ਤੁਸੀਂ ਦਵਾਈ ਲਓ, ਰੱਬ ਦਾ ਨਾਮ ਲਓ, ਤੁਸੀਂ ਆਪਣੀ ਸੋਚ ਉੱਚੀ ਕਰੋ, ਭਾਣਾ ਮੰਨਣਾ ਸਿੱਖੋ, ਤੇ ਆਪਣੀ ਜਿਹੜੀ ਸਟਰੈਂਥ ਬਣਾਓ, ਪੋਜ਼ਿਟਿਵ ਥਿੰਕਿੰਗ ਕਰੋ, ਉਹਦੇ ਨਾਲ ਛੇਤੀ ਠੀਕ ਹੋ ਜਾਓਗੇ। ਪਰ ਇਹ ਗੁੰਮਰਾਹ ਨਾ ਕਰੋ, ਸੱਚ ਨਾਲ ਜੁੜਨਾ ਨਹੀਂ ਦੇਣਾ, ਇਹ ਸਾਡਾ ਹੈਗਾ। ਸੱਚ ਨਾਲ ਨਹੀਂ ਜੁੜਿਆ, ਸਚਿਆਰਾ ਨਹੀਂ ਹੋਇਆ। ਪਰ ਇਹ ਤਾਂ ਹੁਣ ਮੈਡੀਕਲ ਪ੍ਰੂਫ ਹੈਗਾ ਵੀ ਜਿਹੜਾ ਬੰਦਾ ਸੱਚ ਨਾਲ ਜੁੜਿਆ, ਸਚਿਆਰਾ ਹੋ ਗਿਆ, ਉਹਦੇ ਕੋਲ ਸਟ੍ਰੈਸ ਹੈ ਹੀ ਨਹੀਂ, ਉਹਨੂੰ ਬਿਮਾਰੀਆਂ ਉਦਾਂ ਹੀ ਘੱਟ ਲੱਗਦੀਆਂ ਹੈਗੀਆਂ ਨੇ, ਜਾਂ ਉਹ ਛੇਤੀ ਠੀਕ ਹੋ ਜਾਂਦੀਆਂ ਹੈਗੀ। ਤੇ ਇਸ ਕਰਕੇ ਬਿਮਾਰੀ ਹੀ ਲੱਗਦੀ ਨਹੀਂ ਗੀ, ਕਿਉਂਕਿ ਉਹਦਾ ਇਮਿਊਨ ਸਿਸਟਮ ਚੰਗਾ ਹੋ ਜਾਂਦਾ ਹੈਗਾ, ਜਾਂ ਇਲਾਜ ਛੇਤੀ ਹੋ ਜਾਂਦਾ। ਗੱਲ ਕੀ ਕਿ ਬਾਹਰਲੀ ਦੁਨੀਆ ਨੂੰ ਸਵਾਰਨ ਵਿੱਚ ਹੀ ਫਸਾਈ ਰੱਖਣਾ ਹੈਗਾ ਵੀ ਤੀਰਥਾਂ ਤੇ ਕਰ ਆਓ, ਤੁਸੀਂ ਪਾਠ ਕਰ ਲਓ, ਤੁਹਾਡਾ ਆਹ ਹੋ ਜਾਊਗਾ, ਸੁਖਣਾ ਪੂਰੀ ਹੋ ਜਾਊਗੀ। ਇਹ ਇੱਕ ਗੁੰਮਰਾਹ ਕਰਨਾ। ਇਹਦੇ ਵਿੱਚੋਂ ਤੁਹਾਡੀ ਸੁਰਤ ਉੱਚੀ ਨਹੀਂ ਹੋਣੀ, ਤੁਹਾਡੇ ਸੰਸਕਾਰ ਨਹੀਂ ਬਦਲਣੇ, ਤੁਹਾਡਾ ਬਿਹੇਵੀਅਰ ਨਹੀਂ ਬਦਲਣਾ, ਤੁਹਾਡਾ ਕਿਰਦਾਰ ਉੱਚਾ ਨਹੀਂ ਹੋਣਾ ਹੈਗਾ, ਜਿਹੜੇ ਪਾਸੇ ਲਾਇਆ ਹੈ। ਸੱਚ ਨਾਲ ਜੁੜ ਨਹੀਂ ਦੇਣਾ। ਐਸੀ ਅਗਿਆਨਤਾ ਕਾਰਨ, ਹਰਪ੍ਰੀਤ ਜੀ, ਇਹੋ ਹੀ ਕਾਰਨ ਹੈ ਕਿ ਐਸੀ ਅਗਿਆਨਤਾ ਦੇ ਕਾਰਨ ਅਸੀਂ ਜਿੰਨੇ ਵੀ ਧਰਮ ਦੇ ਕੰਮ ਕਰਦੇ ਹਾਂ, ਪਾਠ ਕਰਦੇ ਹਾਂ, ਅਖੰਡ ਪਾਠ ਕਰਦੇ ਹਾਂ, ਅਸੀਂ ਤੀਰਥਾਂ ਦੀ ਯਾਤਰਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਬਾਬਿਆਂ ਦੀਆਂ ਬਰਸੀਆਂ ਮਨਾਉਂਦੇ ਹਾਂ, ਨਗਰ ਕੀਰਤਨ ਕਰਦੇ ਹਾਂ, ਲੰਗਰ ਲਾਉਂਦੇ ਹੈਗੇ ਹਾਂ। ਇਹ ਸਾਰੇ ਦੇ ਸਾਰੇ ਦਾ ਮਕਸਦ ਹੈ ਬਾਹਰਲੀ ਦੁਨੀਆ ਸੰਵਾਰਨ ਲਈ ਕੀਤੇ ਜਾਂਦੇ ਨੇ। ਵੈਲਥ, ਬਿਜ਼ਨਸ ਵਾਧੇ, ਦੁਨਿਆਵੀ ਸਹੂਲਤਾਂ ਲਈ ਇਹ ਸਾਰੇ ਕੰਮ ਕੀਤੇ ਜਾਂਦੇ ਹੈਗੇ ਨੇ। ਔਰ ਅੰਦਰਲੀ ਦੁਨੀਆ ਨੂੰ ਸੰਵਾਰਨ ਲਈ ਤਾਂ ਪਰਪਸ ਹੀ ਨਹੀਂ ਹੈ। ਔਰ ਜਦ ਸਾਨੂੰ ਪ੍ਰਚਾਰ ਐਸਾ ਹੈ ਤੇ ਅੰਦਰਲੀ ਦੁਨੀਆ ਸਵਾਰਨਾ ਸਾਡਾ ਮਕਸਦ ਹੀ ਨਹੀਂ ਹੈ, ਤਾਂ ਮਨੁੱਖ ਨੂੰ ਸ਼ਾਂਤੀ, ਪੀਸ ਤੇ ਹੈਪੀਨੈਸ ਕਿੱਥੋਂ ਮਿਲੇਗੀ? ਕੋਈ ਹੈਰਾਨੀ ਨਹੀਂ ਕਿ ਚਿੰਤਾ, ਬੇਚੈਨੀ, ਸਟ੍ਰੈਸ, ਡਿਪਰੈਸ਼ਨ ਆ ਜਿਹੜੀਆਂ ਵਰੀਜ਼, ਐਂਗਜ਼ਾਇਟੀ, ਦੁੱਖਾਂ, ਕਲੇਸ਼ਾਂ ਵਿੱਚ ਬਹੁਤ ਇਹ ਸਾਡੇ ਅੰਦਰੋਂ ਨਿਕਲਦੇ ਹੀ ਨਹੀਂ ਗਏ, ਨਿਕਲੇ ਵੀ ਨਹੀਂ ਸਕਦੇ। ਸੁਸਾਇਟੀ ਅੰਦਰ ਜੋ ਹੋ ਰਿਹਾ ਹੁੰਦਾ ਰਹੇਗਾ। ਇਸ ਤਰ੍ਹਾਂ ਫਿਰ ਪੀਸ, ਹੈਪੀਨੈਸ, ਖੁਸ਼ੀਆਂ, ਖੇੜਾ ਇਹ ਸਾਨੂੰ ਕਿਤੋਂ ਮਿਲਣਾ ਹੀ ਨਹੀਂ ਗਾ, ਕਿਉਂਕਿ ਇਹ ਧਰਮ ਦੇ ਕੰਮ ਕਰਨਾ ਇਹ ਸਾਡਾ ਮਕਸਦ ਹੀ ਨਹੀਂ ਹੈ। ਹੈਪੀਨੈਸ ਮਿਲਣੀ ਆ ਜੇ ਤੁਸੀਂ ਭਾਣੇ ਅੰਦਰ ਜੀਉਣਾ ਸਿੱਖੋਗੇ, ਤੁਹਾਡੇ 'ਚ ਸਹਿਨਸ਼ੀਲਤਾ ਹੋਏਗੀ, ਤੁਹਾਡੇ 'ਚ ਸੰਤੋਖ ਹੋਵੇਗਾ, ਤੁਹਾਡੇ ਵਿੱਚ ਟੋਲਰੈਂਸ ਹੋਵੇਗੀ, ਕੰਪੈਸ਼ਨ ਹੋਵੇਗਾ, ਤੇ ਮਿੱਠ ਬੋਲੜਾ ਵਰਗੇ ਗੁਣ ਹੋਣਗੇ। ਤੇ ਇਸ ਕਰਕੇ ਸਾਡਾ ਜਿਹੜਾ ਜੀਵਨ ਆ ਉਹ ਨਹੀਂ ਬਦਲਦਾ, ਕਿਉਂਕਿ ਸਾਨੂੰ ਉਸ ਸੱਚ ਦੇ ਮਾਰਗ ਤੋਂ ਉਲਟੇ ਪਾਸੇ ਨੂੰ ਚਲਾਇਆ ਹੋਇਆ। ਉਹ ਸਾਡਾ ਮਕਸਦ ਹੀ ਨਹੀਂ ਹੈ। ਸਾਡਾ ਮਕਸਦ ਬਾਹਰਲੀ ਦੁਨੀਆ ਨੂੰ ਸਵਾਰਨ ਦਾ। ਸੋ ਇਹ ਸੋਚਣ ਦੀ ਲੋੜ ਹੈ ਕਿ ਜਿੰਨੇ ਵੀ ਅਸੀਂ ਕੰਮ ਕਰੀਏ, ਸਾਡਾ ਇੱਕੋ ਹੀ ਮਕਸਦ ਹੋਣਾ ਚਾਹੀਦਾ ਕਿ ਉਹਦੇ 'ਚ ਮੈਂ ਆਪਣੀਆਂ ਆਦਤਾਂ ਬਦਲਣੀਆਂ, ਆਪਣੇ ਸੰਸਕਾਰ ਬਦਲਣੇ ਨੇ, ਆਪਣਾ ਬਿਹੇਵੀਅਰ ਬਦਲਣਾ, ਆਪਣੀ ਸੋਚ ਉੱਚੀ ਕਰਨੀ ਆ, ਆਪਣਾ ਕਿਰਦਾਰ ਉੱਚਾ ਕਰਨਾ। ਤੇ ਇਹੀ ਗੁਰਬਾਣੀ ਦਾ ਜਿਹੜਾ ਮਕਸਦ ਹੈਗਾ। ਹੁਣ ਜਿਹੜਾ ਮਾਡਰਨ ਮੈਨ ਆ, ਇਹ ਹੈ ਨਾ ਵੀ ਅੱਜ ਕਲਯੁਗ ਦੇ ਸਮੇਂ 'ਚ ਜਿਹੜਾ ਮਾਡਰਨ ਮੈਨ ਆ, ਉਹਨੇ ਜਿਹੜਾ ਆਪਣੀ ਜੀਵਨ ਦੀ ਕਾਮਯਾਬੀ ਦਾ ਜਿਹੜਾ ਮੈਜਰ ਆ, ਉਹ ਇੱਕੋ ਹੀ ਹੈਗਾ ਕਿ ਪਾਵਰ, ਸਟੇਟਸ ਤੇ ਵੈਲਥ। ਇਸ ਨੂੰ ਬਣਾਇਆ ਹੈ ਤੇ ਸਰੀਰਕ ਕੰਫਰਟਸ ਨੂੰ ਹੀ ਆਪਣਾ ਸਕਸੈਸ ਬਣਾਇਆ ਹੋਇਆ। ਉਹ ਸਾਨੂੰ ਦੁਨੀਆ ਦੇ ਵਿੱਚ ਬਹੁਤ ਮਿਲ ਗਈ ਹੈ। ਜਿਹੜੀ GDP, ਇਕਨੋਮਿਕ ਪ੍ਰੋਗਰੈਸ ਆ, ਸਰੀਰਕ ਸਹੂਲਤਾਂ ਦੁਨੀਆ ਦੇ ਵਿੱਚ ਬਹੁਤ ਮਿਲ ਗਈਆਂ। ਜੇ ਨਹੀਂ ਹੈ ਤਾਂ ਪੀਸ ਤੇ ਹੈਪੀਨੈਸ ਨਹੀਂ ਹੈਗੀ, ਤੇ ਸਟ੍ਰੈਸ ਤੇ ਵਰੀਜ਼ ਸਾਡੀਆਂ ਵੱਧਦੀਆਂ ਜਾਂਦੀਆਂ ਨੇ, ਕਿਉਂਕਿ ਸਾਡਾ ਜਿਹੜਾ ਜੀਵਨ ਦਾ ਸਕਸੈਸ ਹੀ ਹੋਇਆ। ਬਈ ਧਾਰਮਿਕ ਦੀ ਦੁਨੀਆ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਕਸੈਸ ਵਿਦਆਊਟ ਹੈਪੀਨੈਸ ਇਜ਼ ਦਾ ਗ੍ਰੇਟੈਸਟ ਫੇਲਿਅਰ ਆਫ ਲਾਈਫ। ਐਬਸੋਲੂਟਲੀ। ਸਪਿਰਿਚੁਅਲਿਟੀ ਦੀ ਦੁਨੀਆ ਵਿੱਚ ਤਾਂ ਸਕਸੈਸ ਕੁਝ ਹੋਰ ਹੈਗੀ ਆ। ਪੀਸ, ਹੈਪੀਨੈਸ, ਮਨ ਦੀ ਸ਼ਾਂਤੀ, ਇਨਰ ਹੈਪੀਨੈਸ, ਖੁਸ਼ੀਆਂ, ਖੇੜਾ, ਆਨੰਦ, ਆਪਸੀ ਪਿਆਰ, ਕੰਪੈਸ਼ਨ, ਸੁਸਾਇਟੀ, ਬੇਗਮਪੁਰਾ ਸ਼ਹਿਰ ਕੋਲ ਸਮਾਜ ਦੀ ਸਿਰਜਣਾ ਜਿਹੜੀ ਹੈਗੀ ਆ, ਇਹ ਧਰਮ ਦਾ ਮਕਸਦ ਹੈ। ਇਹ ਸਾਨੂੰ ਮਿਲਣਾ ਹੈਗਾ। ਧਰਮ ਵੈਲਥ, ਪਾਵਰ, ਦੁਨਿਆਵੀ ਸਹੂਲਤਾਂ, ਸਰੀਰਕ ਕੰਫਰਟਸ ਤਾਂ ਦੇ ਸਕਦੀਆਂ ਹੈਗੀਆਂ ਨੇ। ਇਹ ਦੇਖੋ, ਇਹ ਮੈਂ ਇੱਕ ਰਿਪੋਰਟ ਪੜ੍ਹੀ ਸੀ UNO ਤੱਕ ਦੀ ਵੀ, ਬਈ ਇਹ ਜਿਹੜੀਆਂ ਇਕਨੋਮਿਕ ਪ੍ਰੋਗਰੈਸ ਹੈ, GDP ਹੈਗੀ ਆ, ਇਹ ਸਾਨੂੰ ਸਰੀਰਕ ਕੰਫਰਟਸ ਤੇ ਦੇ ਸਕਦੀਆਂ ਹੈਗੀਆਂ। ਪੀਸ, ਹੈਪੀਨੈਸ ਜਿਹੜੀ ਹੈਗੀ ਆ, ਉਹ ਸਾਨੂੰ ਇਹ ਨਹੀਂ ਮਿਲਣੀ ਹੈਗੀ। ਮੈਂ ਇੱਕ ਨਾ ਕੁਛ ਚਿਰ ਹੋਇਆ ਇੱਕ ਸਟੋਰੀ ਪੜ੍ਹੀ ਸੀ ਹਰਪ੍ਰੀਤ ਜੀ, 2 ਸਿੰਗਰ ਸੀਗੇ ਅਮਰੀਕਾ ਦੇ, ਬੜੇ ਰਿਚ ਸੀਗੇ। ਉਹ ਕਹਿੰਦੇ ਸਾਡੇ ਕੋਲ ਸਭ ਕੁਝ ਸੀ, ਲਿਮੋਜ਼ੀਨ ਤੇ ਪੈਸੇ ਦੀ ਕੋਈ ਅੰਤ ਨਹੀਂ ਸੀ, ਪਰ ਵੀ ਡਿਡਨਟ ਹੈਵ ਅ ਪੀਸ ਆਫ ਮਾਈਂਡ। ਉਹ ਕਹਿੰਦੇ ਅਸੀਂ 1 ਸਾਲ ਛੱਡ ਕੇ
ਦੁਨੀਆ ਮਨੁੱਖਤਾ ਦੀ ਸੇਵਾ ਕਰਨੀ ਸ਼ੁਰੂ ਕਰਤੀ। ਸਾਨੂੰ ਰੀਅਲਾਈਜ਼ ਹੋਇਆ ਕਿ ਅਸਲੀ ਪੀਸ ਕਿੱਥੇ ਹੈ। ਪੈਸਾ ਬਹੁਤ ਸੀ, ਪੀਸ ਨਹੀਂ ਸੀ। ਇੱਧਰ ਪਾਸੇ ਲੱਗੇ ਹੈਗੇ ਆ, ਸਪਿਰਿਚੁਅਲਿਟੀ ਦੇ ਪਾਸੇ ਲੱਗੇ ਹੈ, ਤਾਂ ਪਹਿਲੀ ਵਾਰੀ ਸਮਝ ਆਈ ਕਿ ਪੀਸ ਹੁੰਦੀ ਕੀ ਹੈ ਨਾ। ਤੇ ਬਹੁਤ ਇੱਕ ਹੋਰ ਮੈਂ ਇੱਕ ਐਗਜ਼ਾਮਪਲ ਦੇ ਦੇਵਾਂ ਕਿ ਜਿਹੜੀਆਂ ਸਰੀਰਕ ਕੰਫਰਟਸ ਦੇ ਸਕਦੀਆਂ ਨੇ, ਸਹੂਲਤਾਂ, ਵੈਲਥ ਵਗੈਰਾ, ਮਨ ਦੀ ਸ਼ਾਂਤੀ ਨਹੀਂ। ਹਰਪ੍ਰੀਤ ਜੀ ਇੱਕ ਬਿਜ਼ਨਸਮੈਨ ਆ, ਉਹ BMW ਬਹੁਤ ਗਰਮੀ ਆ, 에ਅਰ ਕੰਡੀਸ਼ਨ ਲੱਗੀ ਆ, BMW 'ਚ ਜਾਂਦਾ ਹੈਗਾ ਤਾਂ ਆਪਣੇ ਆਪ ਨੂੰ ਖੁਸ਼ ਹੈ। ਪਰ ਉਹੀ ਬਿਜ਼ਨਸਮੈਨ ਦਾ ਬਿਜ਼ਨਸ ਥੱਲੇ ਚੱਲ ਗਿਆ, ਘਾਟਾ ਪੈ ਗਿਆ, ਉਹੀ 에ਅਰ ਕੰਡੀਸ਼ਨ ਹੈ, ਉਹੀ BMW ਹੈ, ਤੇ ਉਹ ਚਿੰਤਾ 'ਚ ਆ, ਜਿਹੜਾ ਉਹ ਖਿਲ ਗਿਆ। ਪਰ ਇਹ ਸਾਨੂੰ ਸਮਝਣ ਦੀ ਲੋੜ ਆ ਕਿ ਧਰਮ ਦਾ ਮਾਰਗ ਜਿਹੜਾ ਹੈਗਾ ਉਹ ਸਾਡੇ ਮਨ ਦੀਆਂ। ਜਦੋਂ ਤੁਹਾਡਾ ਚਿੰਤਾ ਖਤਮ ਹੋ ਗਈ ਤੇ ਤੁਹਾਡੀ ਸਭ ਕੁਝ ਮਿਲ ਗਿਆ ਦੁਨੀਆ ਦਾ। ਅਮੀਰ ਉਹੀ ਹੈਗਾ ਸਭ। ਬਿਲਕੁਲ ਜੀ, ਤਦੇ ਗੁਰੂ ਸਾਹਿਬ ਨੇ ਹੀ ਕਿਹਾ ਕਿ ਕੋਈ ਵੀ ਅਚਿੰਤ ਜਿਹੜੀ ਚੀਜ਼ ਇੱਥੇ ਨਹੀਂ ਹੁੰਦੀ, ਜੇ ਭਾਣੇ 'ਚ ਅਸੀਂ ਆ ਜਾਈਏ ਤਾਂ ਆਟੋਮੈਟਿਕਲੀ ਅਸੀਂ ਸਮਝ ਜਾਵਾਂਗੇ ਜੀਵਨ ਦਾ ਮਕਸਦ ਕੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣੀ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 186679088984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। गुरु साहब फरमाते ने चिंता ताकि कीजिए जो अनहोनी होए। अनहोनी तो कुछ ਹੁੰਦਾ ही नहीं है, हर एक चीज़ जो है उसके भाने में हो रही है। ਜੇ ਕੋਈ ਬਿਮਾਰੀ ਆ ਰਹੀ ਹੈ ਤਦ ਵੀ ਉਸਦੇ ਭਾਣੇ ਵਿੱਚ ਹੈ, ਲੇਕਿਨ ਹਾਂ ਇਸ ਦੇ ਪਿੱਛੇ ਕਾਰਨ ਜਿਹੜੇ ਨੇ ਉਹ ਅਸੀਂ ਕਈ ਵਾਰੀ ਸਾਈਡਲਾਈਨ ਕਰ ਦਿੰਦੇ ਹਾਂ। ਸਾਡਾ ਖਾਣ ਪੀਣ ਕੀ ਹੈ, ਸਾਡੀ ਸੋਚ ਕੀ ਹੈ, ਕਿਸ ਤਰ੍ਹਾਂ ਉਹ ਸਾਡੇ ਬਾਡੀ ਤੇ ਅਸਰ ਪਾ ਰਹੀ, ਕਿਉਂਕਿ ਮਾਈਂਡ ਅੱਜ ਸਾਇੰਸ ਵੀ ਅਪਰੂਵ ਕਰ ਰਹੀ ਕਿ ਮਾਈਂਡ ਦਾ ਬਹੁਤ ਰਿਲੇਸ਼ਨ ਹੈ ਸਾਡੇ ਸਾਰੇ ਸਰੀਰ ਦੇ ਨਾਲ ਜੋ ਕੁਝ ਹੋਇਆ ਕਰਦਾ ਹੈ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਧਰਮ ਦਾ ਅਸਲ ਮਕਸਦ ਕੀ ਸੀ, ਕਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੈ, ਕਿਹੜੀ ਚੀਜ਼ਾਂ ਤੋਂ ਅਸੀਂ ਸੁਚੇਤ ਹੋਣਾ ਹੈ ਤਾਂ ਕਿ ਅਸੀਂ ਵੀ ਇੱਕ ਚੰਗੇ ਸਿੱਖ ਬਣ ਸਕੀਏ। ਅਤੇ ਸਿੱਖ ਉਹੀ ਹੈ ਜੋ ਕਿ ਹਮੇਸ਼ਾ ਸਿੱਖਣ ਲਈ ਤਿਆਰ ਰਹਿੰਦਾ ਹੈ। ਆਓ ਹੋਰ ਗੱਲਬਾਤ ਕਰਦੇ ਹਾਂ ਡਾਕਟਰ ਹਰਬੰਸ ਸਿੰਘ ਕੰਡੋਲਾ ਨਾਲ। ਜੀ ਡਾਕਟਰ ਜੀ, ਆਪਾਂ ਵਿਚਾਰ ਕਰ ਰਹੇ ਸੀਗੇ ਕਿ ਜਦੋਂ ਸਾਨੂੰ ਇਹ ਸੱਚਾਈ ਸਮਝ ਆ ਜਾਏ ਜੀ, ਸਾਡੀ ਪਕੜ 'ਚ ਆ ਜਾਏ ਕਿ ਧਰਮ, ਰਿਲੀਜਨ, ਸਪਿਰਿਚੁਅਲਿਟੀ ਦਾ ਮਕਸਦ ਸਿਰਫ ਤਾਂ ਸਿਰਫ ਮਨੁੱਖ ਦੇ ਮਨ ਨਾਲ ਆ, ਉਹਦੀ ਸੋਚ ਬਦਲਣ ਦੇ ਨਾਲ ਆ, ਆਦਤਾਂ ਸੰਸਕਾਰ ਬਦਲਣ ਦੇ ਨਾਲ ਆ, ਬਿਹੇਵੀਅਰ ਬਦਲਣ ਦੇ ਨਾਲ ਆ, ਮਨ ਤੋਂ ਜੋਤ ਸਰੂਪ ਆ, ਆਪਣਾ ਮੂਲ ਪਛਾਣ ਕਿ ਹੂ ਯੂ ਆਰ, ਅੰਦਰਲੀ ਦੁਨੀਆ ਸਵਾਰਨ ਨਾਲ ਆ। ਫਿਰ ਅਸੀਂ ਜੋ ਵੀ ਧਰਮ ਦੇ ਕੰਮ ਕਰਾਂਗੇ ਜੀ, ਜਦੋਂ ਇਹ ਵੀ ਸਮਝ ਆ ਗਈ ਕਿ ਮਟੀਰੀਅਲ ਦੁਨੀਆ ਦੇ ਵਿੱਚ ਸਾਨੂੰ ਚਾਹੀਦੀਆਂ ਨੇ, ਉਹ ਸਾਨੂੰ ਸਰੀਰਕ ਕੰਫਰਟਸ ਤੇ ਮਿਲ ਸਕਦੀਆਂ ਨੇ। ਇਹ ਬੜੀਆਂ ਐਵੀਡੈਂਸ ਹੈਗੀਆਂ ਨੇ, ਬੜੀ ਰਿਸਰਚ ਹੋ ਚੁੱਕੀ ਹੈ ਕਿ ਸਾਨੂੰ ਇਹਦੇ ਵਿੱਚੋਂ ਮਨ ਦੀ ਸ਼ਾਂਤੀ, ਪੀਸ, ਹੈਪੀਨੈਸ ਨਹੀਂ ਮਿਲਣੀ ਜਿਹੜੀ ਦੁਨੀਆ ਭਾਲ ਰਹੀ ਹੈ, ਸਾਰੀ ਫਿਰਦੀ ਹੈ, ਭਾਲ ਰਹੀ ਹੈ। ਜਦੋਂ ਸਾਨੂੰ ਇਹ ਗੱਲ ਪਕੜ 'ਚ ਆ ਜਾਏਗੀ ਤਾਂ ਅਸੀਂ ਫਿਰ ਜੋ ਵੀ ਧਰਮ ਦੇ ਕੰਮ ਕਰਾਂਗੇ ਸਾਡਾ ਇੱਕੋ ਹੀ ਫੋਕਸ ਹੋਏਗਾ। ਸੰਸਾਰ ਆਦਤਾਂ ਬਦਲਣ ਨਾਲ ਹੀ ਹੋਏਗਾ, ਸੋਚ ਬਦਲਣ ਨਾਲ ਹੋਏਗਾ, ਬਿਹੇਵੀਅਰ ਬਦਲਣਾ, ਸੰਸਕਾਰ ਬਦਲਣ ਨਾਲ ਹੋਏਗਾ, ਤੇ ਸਾਡਾ ਧਰਮ ਦਾ ਮਕਸਦ ਇੱਕੋ ਹੀ ਇੱਕ ਹੋਏਗਾ। ਤੇ ਜਿਸ ਦੇ ਕੋਲ ਕਹਿੰਦੇ ਨੇ ਭਾਣਾ ਮੰਨਣ ਦਾ ਆ ਗਿਆ, ਇਹ ਸਾਰੇ ਰੱਬੀ ਗੁਣ ਆ ਗਏ, ਤੇ ਗੁਰੂ ਪਾਤਸ਼ਾਹ ਕਹਿੰਦੇ ਉਹਦੇ ਵਰਗਾ ਤਾਂ ਅਮੀਰ ਕੋਈ ਨਹੀਂ ਹੈ। ਪਰ ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਬਈ ਪੀਸ ਦੇ ਵਿੱਚ ਹੀ ਪੀਸ ਤੇ ਹੈਪੀਨੈਸ ਦੁਨੀਆ ਚਾਹੁੰਦੀ ਹੈਗੀ, ਪਰ ਉਹ ਜਿੱਥੋਂ ਮਿਲਣੀ ਹੈ ਉਸ ਰਸਤੇ ਤੇ ਅਸੀਂ ਤੁਰਨੇ ਨਹੀਂ ਹੈ। ਸੋ ਜਦੋਂ ਇਹ ਸਮਝ ਆ ਜਾਏ ਕਿ ਅਸੀਂ ਉਹੀ ਰਸਤਾ ਕਿਉਂਕਿ ਜਿਸ ਦੀ ਅਸੀਂ ਆਰਾਧਨਾ ਕਰਦੇ ਹਾਂ, ਗੁਰਬਾਣੀ ਗੁਰੂ ਰੱਬ ਜੀ ਸ਼ਬਦ ਹੈ, ਜੀਵਨ ਜਾਚ ਦਾ ਗਿਆਨ ਹੈ, ਡਿਵਾਈਨ ਵਿਜ਼ਡਮ ਹੈ, ਗੁਣਾਂ ਦਾ ਖਜ਼ਾਨਾ, ਇਸ ਵਿੱਚੋਂ ਮਨੁੱਖ ਨੂੰ ਸੱਚਾ ਸੁੱਚਾ ਜੀਵਨ ਜਿਉਣ ਦੀ ਸੇਧ ਹੀ ਮਿਲਦੀ ਹੈ। ਸੁਰਤ ਉੱਚੀ ਕਰਨ ਦਾ ਗਿਆਨ ਇਹਦੇ ਵਿੱਚੋਂ ਮਿਲਦਾ ਹੈ, ਨਿਰਮਲ ਕਰਮ ਕਰਨ ਦਾ ਮਾਰਗ ਇੱਥੇ ਤੋਂ ਮਿਲਦਾ ਹੈ, ਮਨੁੱਖਤਾ ਨਾਲ ਪਿਆਰ ਕਰਨਾ, ਸਾਂਝੀਵਾਲਤਾ ਦਾ ਗਾਈਡੈਂਸ ਜਿਹੜੀ ਸਾਨੂੰ ਇਹ ਧਰਮ ਦੇ ਵਿੱਚੋਂ ਆਤਮਿਕ ਸ਼ਿੰਗਾਰ ਮਿਲਦਾ ਇਹਦੇ ਵਿੱਚੋਂ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਸਾਨੂੰ ਇਹ ਗੱਲ ਦੀ ਪੱਕੀ ਸਮਝ ਆ ਜਾਂਦੀ ਹੈ ਤੇ ਅਸੀਂ ਫਿਰ ਪਾਵਰ, ਸਟੇਟਸ, ਪਦਾਰਥਾਂ ਦੀ ਪ੍ਰਾਪਤੀ ਸਾਨੂੰ ਚਾਹੀਦੀ ਹੈ, ਪਰ ਇਹ ਮੰਗਣਾ ਅਸੀਂ ਅਰਦਾਸਾਂ ਇਹਦੇ ਲਈ ਨਹੀਂ ਕਰਾਂਗੇ। ਅਸੀਂ ਅਸਲੀ ਸੱਚ ਦੇ ਮਾਰਗ ਤੇ ਤੁਰਨਾ ਸ਼ੁਰੂ ਕਰਾਂਗੇ। ਅਸੀਂ ਵੇਖਦੇ ਹਾਂ ਕਿ ਦੇਖੋ ਸਾਇੰਸ ਦੀ ਉન્નਤੀ, ਮਨੁੱਖ ਦੇ ਸਾਇੰਸ ਦੀਆਂ ਦਿੱਤੀਆਂ ਸਹੂਲਤਾਂ। ਹਰਪ੍ਰੀਤ ਜੀ, ਇਹ ਬੜੀ ਇੰਪੋਰਟੈਂਟ ਪੁਆਇੰਟ ਹੈ। ਮੈਂ ਵਿਚਾਰਦਾ ਸੀਗਾ ਕਿ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਜੀ,
ਵੀ ਮਨੁੱਖ ਨੇ ਸਾਇੰਸ ਦੀਆਂ ਦਿੱਤੀਆਂ ਸਹੂਲਤਾਂ ਇਹ ਜੇ ਹੱਸ ਕੇ ਅਡਾਪਟ ਕਰ ਲਿਆ ਹੈਗੀਆਂ, ਉਹਨਾਂ ਨੂੰ ਅਪਣਾ ਲਿਆ ਹੈਗਾ। ਇਹ ਨਹੀਂ ਆਖਿਆ ਕਿ ਮੈਂ ਨਹੀਂ ਬਦਲਣਾ, ਹਵਾਈ ਜਹਾਜ਼ ਤੇ ਨਹੀਂ ਚੜ੍ਹਨਾ, ਮੈਂ ਤੇ ਗੱਡੇ ਤੇ ਹੀ ਸਫ਼ਰ ਕਰਨਾ। ਮਨੁੱਖ ਇਹ ਨਹੀਂ ਕਹਿੰਦਾ ਹੈਗਾ, ਇਹ ਨਹੀਂ ਕਹਿੰਦਾ ਕਿ ਮੈਂ ਈਮੇਲ ਨਹੀਂ ਭੇਜਣੀ, ਮੈਂ ਤਾਂ ਚਿੱਠੀ ਲਿਖਣੀ ਹੈ, ਮੈਂ ਏਅਰ ਕੰਡੀਸ਼ਨ ਨਹੀਂ ਵਰਤਣੀ ਜਾਂ ਮੈਡੀਕਲ ਸਹੂਲਤਾਂ ਨਹੀਂ ਵਰਤਣੀਆਂ। ਉਸ ਅਡਾਪਟ ਕਰ ਲਈਆਂ ਅਸੀਂ, ਹੈ ਨਾ। ਦੇਖੋ ਇਸ ਕਰਕੇ ਮਨੁੱਖ ਨੇ ਸਮਝ ਇਸ ਕਰਕੇ ਅਡਾਪਟ ਕਰ ਲਈਆਂ ਕਿ ਮਨੁੱਖ ਨੂੰ ਇਹ ਸਮਝ ਆ ਗਈ ਕਿ ਇਸ ਵਿੱਚੋਂ ਮੈਨੂੰ ਸਰੀਰਕ ਸੁੱਖ ਮਿਲਦਾ ਹੈ, ਮੈਨੂੰ ਕੰਫਰਟਸ ਮਿਲਦੀ ਹੈ, ਜੀਵਨ ਸੁਖਾਵਾਂ ਹੋ ਜਾਂਦਾ ਹੈ, ਸਮੇਂ ਦੀ ਬਚਤ ਮਿਲਦੀ ਹੈ, ਉਹਦੇ ਸਾਰੇ ਬੈਨੀਫਿਟਸ ਸਾਨੂੰ ਸਮਝ ਆ ਗਏ ਤੇ ਅਸੀਂ ਉਹਨੂੰ ਅਡਾਪਟ ਕਰ ਲਿਆ। ਅੱਛਾ, ਹੁਣ ਦੇਖੀਏ ਸਮਝ ਆ ਗਈ, ਇਸੇ ਵਿੱਚੋਂ ਹੀ ਸਰੀਰਕ ਸਹੂਲਤਾਂ ਮਿਲਦੀਆਂ ਨੇ, ਸੁੱਖ ਮਿਲਦਾ, ਕੰਫਰਟ ਮਿਲਦੇ, ਸੱਚ ਦੇ ਮਾਰਗ ਤੇ ਚੱਲ। ਹੁਣ ਦੇਖੋ ਸੱਚ ਦੇ ਮਾਰਗ ਤੇ ਇੱਥੋਂ ਸਾਨੂੰ ਸਰੀਰਕ ਸਹੂਲਤ ਮਿਲਦੀ ਹੈ, ਸਾਨੂੰ ਸਮਝ ਆ ਗਈ ਜੀ। ਪਰ ਸੱਚ ਦੇ ਮਾਰਗ ਤੇ ਚੱਲਦਿਆਂ, ਧਰਮ ਦੇ ਮਾਰਗ ਤੇ ਚੱਲਦਿਆਂ ਤਾਂ ਆਤਮਿਕ ਆਨੰਦ ਮਿਲਦਾ ਹੈ। ਧਰਮ ਦੇ ਮਾਰਗ ਦਾ ਪੀਸ, ਹੈਪੀਨੈਸ, ਆਤਮਿਕ ਆਨੰਦ ਮਿਲਦਾ, ਪੀਸ ਮਿਲਦਾ, ਹੈਪੀਨੈਸ ਮਿਲਦੀ ਹੈ, ਖੁਸ਼ੀਆਂ ਖੇੜਾ ਮਿਲਦਾ, ਸਦਾ ਆਨੰਦ ਰਹੇ, ਦਿਨ ਰਾਤੀ ਵਾਲੀ ਸਾਡਾ ਜੀਵਨ ਬਣ ਜਾਂਦਾ ਹੈਗਾ। ਸੰਸਾਰ ਇੱਕ ਬੇਗਮਪੁਰੇ ਦੀ ਤਰ੍ਹਾਂ ਬਣ ਜਾਂਦਾ ਹੈਗਾ। ਪਰ ਐਸਾ ਕਿਉਂ ਨਹੀਂ? ਅਸੀਂ ਉਹ ਅਡਾਪਟ ਕਰ ਲਿਆ ਹੈਗਾ। ਤੇ ਇੱਥੋਂ ਤਾਂ ਉਦੋਂ ਵੀ ਵੱਡੀ ਸਾਨੂੰ ਦਾਤ ਮਿਲਣੀ ਹੈ, ਇੱਥੋਂ ਤਾਂ ਉਦੋਂ ਵੀ ਵੱਡਾ ਸੁੱਖ ਮਿਲਣਾ ਹੈਗਾ। ਪਰ ਇਸ ਨੂੰ ਅਡਾਪਟ ਕਿਉਂ ਨਹੀਂ ਕੀਤਾ? ਅਸੀਂ ਰਿਅਲਾਈਜ਼ ਕਿਉਂ ਨਹੀਂ ਕਰ ਸਕਦੇ? ਰਿਅਲਾਈਜ਼ ਕਿਉਂ ਨਹੀਂ ਕਰਿਆ ਹੈਗਾ ਮਨੁੱਖ ਨੇ ਇਹਨੂੰ ਅਡਾਪਟ? ਪਰ ਕਿਉਂਕਿ ਇਹ ਸੱਚ ਦਾ, ਹੁਣ ਦੇਖੋ ਇੱਥੇ ਕੋਈ ਨੁਕਤਾਚੀਨੀ ਬਲੇਮ ਦੀ ਗੱਲ ਨਹੀਂ ਹੈ। ਮਨੁੱਖ ਨੇ ਇਹ ਚੀਜ਼ਾਂ, ਜਿਹੜਾ ਇਹ ਮਾਰਗ ਕਿਉਂ ਨਹੀਂ ਅਡਾਪਟ ਕੀਤਾ ਹਰਪ੍ਰੀਤ ਜੀ? ਕਿਉਂਕਿ ਇਹ ਸੱਚ ਦਾ ਮਾਰਗ ਮਨੁੱਖ ਨੂੰ ਦਿਖਾਇਆ ਹੀ ਨਹੀਂ ਗਿਆ, ਸਮਝਾਇਆ ਹੀ ਨਹੀਂ ਗਿਆ, ਪ੍ਰਚਾਰਿਆ ਹੀ ਨਹੀਂ ਗਿਆ, ਹੈ ਨਾ। ਇਹ ਕੋਈ ਕ੍ਰਿਟਿਸਿਜ਼ਮ ਨਹੀਂ, ਪ੍ਰਚਾਰਿਆ ਹੀ ਨਹੀਂ ਗਿਆ, ਪੜ੍ਹਾਇਆ ਹੀ ਨਹੀਂ ਗਿਆ। ਉਹਨਾਂ ਨੂੰ ਇਹ ਚੀਜ਼ ਦਾ ਆਨੰਦ, ਜੋ ਬੈਨੀਫਿਟ ਮਿਲਣਾ ਸੀ, ਉਹ ਕਰਿਆ ਹੀ ਨਹੀਂ ਗਿਆ। ਸਾਨੂੰ ਤੇ ਕਰਮਕਾਂਡਾਂ 'ਚ ਹੀ ਫਸਾਇਆ ਹੋਇਆ, ਉਹ ਮਾਰਗ ਹੀ ਨਹੀਂ ਦੱਸਿਆ ਹੈਗਾ, ਉਹ ਖੁਸ਼ੀਆਂ ਖੇੜੇ ਦਾ ਰਾਸਤਾ ਹੀ ਨਹੀਂ ਦਿਖਾਇਆ ਗਿਆ ਹੈ। ਪਰ ਧਰਮ ਪੱਖੋਂ ਤਾਂ ਮਨੁੱਖ ਨੂੰ ਅੱਜ ਤਾਈਂ ਮੈਂ ਇਹ ਕਹਿਣ ਨੂੰ ਤਿਆਰ ਹਾਂ, ਧਰਮ ਪੱਖੋਂ ਤਾਂ ਮਨੁੱਖ ਨੂੰ ਅੱਜ ਗੱਡੇ ਤੇ ਸਫ਼ਰ ਕਰਨ ਲਈ ਕਿਹਾ ਜਾ ਰਿਹਾ ਹੈਗਾ, ਪ੍ਰਚਾਰਿਆ ਜਾ ਰਿਹਾ ਹੈ। ਤੀਰਥਾਂ ਤੇ ਇਸ਼ਨਾਨ ਕੀਤਿਆਂ ਕਿਤੇ ਪਾਪ ਧੋਤੇ ਜਾਂਦੇ ਨੇ, ਇਹੀ ਪ੍ਰਚਾਰਿਆ ਜਾ ਸਕਦਾ। ਸ਼ਬਦ ਪੜ੍ਹੋ, ਕੈਂਸਰ ਤੇ ਜਿਵੇਂ ਆਪਾਂ ਗੱਲ ਕੀਤੀ ਹੈ, ਟਿਊਮਰ, ਇਹੋ ਹੀ ਸਾਨੂੰ ਇਸ ਪਾਸੇ ਲਾਇਆ ਜਾ ਰਿਹਾ ਹੈਗਾ। ਗਿਆਨ ਦੇ ਚਾਨਣ ਨਹੀਂ, ਅਗਿਆਨਤਾ ਦੇ ਹਨੇਰੇ ਵਿੱਚ ਸਾਨੂੰ ਰੱਖਣਾ ਹੀ ਪ੍ਰਚਾਰਿਆ ਜਾ ਰਿਹਾ। ਜਦੋਂ ਮਨੁੱਖ ਨੂੰ ਜਾਗਰਤੀ ਆ ਗਈ ਜੀ, ਫਿਰ ਅਸੀਂ ਕਰਮਕਾਂਡ ਜਿਹੜੇ ਯੂਜ਼ਲੈਸ ਰਿਚੁਅਲਸ, ਹੁਣ ਦੇਖੋ ਨਾ ਵੀ ਜਦੋਂ ਸਾਨੂੰ ਇਹ ਗੱਲ ਪਕੜ 'ਚ ਆ ਜਾਏ ਤਾਂ ਫਿਰ ਜਿਹੜੇ ਅਸੀਂ ਕਰਮਕਾਂਡ, ਯੂਜ਼ਲੈਸ ਰਿਚੁਅਲਸ ਕਰਦੇ ਹਾਂ, ਵਰਥਲੈਸ ਰਿਲੀਜੀਅਸ ਪ੍ਰੈਕਟਿਸਿਸ ਕਰਨੇ, ਵਹਿਮ ਭਰਮ ਨੇ ਜਿਨ੍ਹਾਂ ਦੇ ਕਰਨ ਨਾਲ ਅੰਦਰਲੀ ਦੁਨੀਆ ਸਵਾਰਨ ਨਾਲ ਕੋਈ ਸੰਬੰਧ ਹੀ ਨਹੀਂ ਹੈ, ਸਾਨੂੰ ਪੀਸ, ਹੈਪੀਨੈਸ ਮਿਲਦੀ ਨਹੀਂ ਹੈ, ਆਤਮਿਕ ਸ਼ਾਂਤੀ ਮਿਲਦੀ ਨਹੀਂ ਹੈ, ਇਹ ਸਭ ਕੁਝ ਅਸੀਂ ਛੱਡ ਦਿਆਂਗੇ। ਆਪਣਾ ਮਤਲਬ ਇਹੀ ਹੈ ਕਿ ਅਸੀਂ ਰੀਅਲਾਈਜੇਸ਼ਨ ਹੋ ਜਾਵੇ, ਰਿਵਾਈਵ ਹੋ ਜਾਵੇ, ਤਾਂ ਫਿਰ ਅਸੀਂ ਉਹ ਕਰਮਕਾਂਡ ਕਿਉਂ ਕਰਾਂਗੇ? ਕਿਉਂਕਿ ਉਹਦੇ ਵਿੱਚੋਂ ਸਾਨੂੰ ਪੀਸ, ਸ਼ਾਂਤੀ ਜਿਹੜੀ ਦੀ ਭਾਲ 'ਚ ਫਿਰਦੀ ਹੈ ਮਨੁੱਖਤਾ, ਤੇ ਉਹ ਤੇ ਮਿਲਣੀ ਨਹੀਂ। ਧਰਮ, ਰਿਲੀਜਨ, ਸਪਿਰਿਚੁਅਲਿਟੀ ਦਾ ਮੀਨਿੰਗ ਹੀ ਬਦਲ ਜਾਂਦਾ ਹੈਗਾ ਕਿ ਅਸੀਂ ਫਿਰ ਜਿਹੜੇ ਕੰਮ ਕਰਾਂਗੇ ਧਰਮ ਦੇ, ਉਹਦਾ ਮਕਸਦ ਕੁਝ ਹੋਰ ਹੋਏਗਾ। ਹਾਊ ਟੂ ਬੀ ਏ ਗੁੱਡ ਹਿਊਮਨ ਬੀਇੰਗ, ਸਚਿਆਰਾ ਬਣਨਾ, ਉੱਚੀ ਸੁੱਚੀ ਸੋਚ ਵਾਲਾ ਇਨਸਾਨ ਬਣਨਾ ਹੀ ਮਕਸਦ ਹੋਏਗਾ ਧਰਮ ਦੇ, ਜਿੰਨੇ ਵੀ ਅਸੀਂ ਕੰਮ ਕਰਾਂਗੇ। ਮੁਸ਼ਕਿਲ ਇਹ ਹੈ ਕਿ ਸਾਡੇ ਸਦੀਆਂ ਤੋਂ ਸੀਮੈਂਟ ਦੀ ਤਰ੍ਹਾਂ ਜੋ ਪੱਕ ਚੁੱਕੇ ਵਿਸ਼ਵਾਸ ਨੇ ਨਾ, ਜੋ ਪੱਕ ਚੁੱਕੇ ਨੇ, ਬਿਲਕੁਲ ਪੱਕ ਚੁੱਕੇ ਨੇ, ਬਲੀਫ ਸਿਸਟਮ, ਪੱਕੀਆਂ ਆਦਤਾਂ, ਸੰਸਕਾਰ ਬਦਲਨੇ, ਇਹ ਬੜਾ ਵੱਡਾ ਇੱਕ ਚੈਲੰਜ ਹੈਗਾ, ਹੈ ਨਾ। ਇਹ ਬੜੀ ਵੱਡੀ ਇੱਕ ਮੁਸ਼ਕਿਲ ਹੈਗੀ ਹੈ ਜੀ। ਤੋ ਉਹ ਬਦਲਦੇ ਇਸ ਕਰਕੇ ਨਹੀਂ, ਬਦਲਣ ਤੇ ਤਾਂ ਜੇ ਸਾਨੂੰ ਦੱਸਿਆ ਜਾਵੇ ਕਿ ਇਹ ਮਾਰਗ ਤੇ ਮਨੁੱਖ ਤੂੰ ਚੱਲ ਰਿਹਾ ਹੈਗਾ ਨਾ, ਇਹ ਮਾਰਗ ਗਲਤ ਹੈਗਾ, ਇਹ ਤੇਰੇ ਬਲੀਫ ਸਿਸਟਮ ਨੇ, ਇਹ ਭਾਈ ਗਲਤ ਹੈਗੇ ਨੇ, ਇਹਦੇ ਵਿੱਚੋਂ ਤੈਨੂੰ ਸੁੱਖ, ਸ਼ਾਂਤੀ, ਪੀਸ, ਹੈਪੀਨੈਸ ਕਦੇ ਨਹੀਂ ਮਿਲਣੀ। ਪਰ ਉਸ ਦੇ ਉਲਟ ਇਹ ਜ਼ਿਆਦਾ ਪ੍ਰਚਾਰਿਆ ਜਾਂਦਾ, ਤਾਂ ਉਹੀ ਸਗੋਂ ਉਹਨਾਂ ਨੂੰ ਰੀਕਨਫਰਮ ਕੀਤਾ ਜਾ ਰਿਹਾ, ਉਹਨਾਂ ਨੂੰ ਐਗਜ਼ੈਕਟਲੀ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਹ ਭਾਈ ਇਹ ਤੇਰਾ ਮਾਰਗ ਗਲਤ ਹੈਗਾ, ਤੂੰ ਇਸ ਮਾਰਗ ਤੇ ਚੱਲ, ਫਿਰ ਤੈਨੂੰ ਹੈਪੀਨੈਸ ਮਿਲੇਗੀ। ਇਹ ਤੂੰ ਹੁਣ ਪੜ੍ਹਾਇਆ ਤਾਂ ਜਾ ਰਿਹਾ ਕਿ ਫਲਾਣਾ ਸ਼ਬਦ ਪੜ੍ਹਿਆ, ਮੱਥਾ ਟੇਕਿਆ 40 ਵਾਰ, ਇਹ ਫਲਾਣਾ ਪਾਠ ਕਰ ਲਓ, ਫਲਾਣੇ ਸਰੋਵਰ ਵਿੱਚ ਨਹਾ ਲਓ, ਫਲਾਣੀ ਜਗ੍ਹਾ ਮੱਥੇ ਟੇਕ ਆਓ, ਦੁਨਿਆਵੀ ਲੋੜਾਂ ਤੁਹਾਡੀਆਂ ਸਾਰਾ ਕੁਛ ਹੀ ਪੂਰਾ ਜੋ ਹੋ ਜਾਏਗਾ। ਪੜ੍ਹਾਇਆ ਇਹੀ ਜਾ ਰਿਹਾ।
ਮੁੱਖਰਲੀ ਮਨੁੱਖ ਦੀ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮਨੁੱਖ ਦੀ ਬਾਹਰਲੀ ਦੁਨੀਆ ਸਵਾਰਨ ਦੀ ਸਾਨੂੰ ਸਿਖਾਇਆ ਜਾ ਰਿਹਾ, ਉਸੇ ਹੀ ਰੀਇਨਫੋਰਸ ਕੀਤਾ ਜਾ ਰਿਹਾ ਹੈਗਾ। ਆਪਣੇ ਅੰਦਰ ਬੈਠੇ ਰੱਬ ਜੀ ਨੂੰ ਪਛਾਣਨਾ, ਸਾਂਝ ਪਾਉਣਾ, ਇਹ ਤੇ ਸਾਡਾ ਮਕਸਦ ਹੀ ਨਹੀਂ ਹੈ। ਇਸ ਗੱਲ ਤੇ ਪ੍ਰਚਾਰਿਆ ਹੀ ਨਹੀਂ ਜਾ ਰਿਹਾ ਇਸ ਗੱਲ ਨੂੰ। ਤਾਂ ਹੁਣ ਦੇਖੋ, ਜੇ ਤੇ ਮਤਲਬ ਉਹ ਆਪ ਤੁਸੀਂ ਵੀ ਹਰ ਰੋਜ਼ ਇਸ ਪਾਸੇ ਕਰਦੇ ਹੈਗੇ ਹੋ ਬਈ, ਜੇ ਤੇ ਸਾਨੂੰ ਉਹ ਮਾਰਗ ਪਰ ਲਾਇਆ ਜਾਵੇ ਫਿਰ ਤੇ ਮਨੁੱਖਤਾ ਲੱਗੇ, ਪਰ ਜੇ ਸਾਨੂੰ ਉਹ ਰਸਤਾ ਹੀ ਨਹੀਂ ਦਿਖਾਇਆ ਜਾ ਸਕਦਾ ਤੇ ਫਿਰ ਗੁਰਦੁਆਰਿਆਂ 'ਚ ਜੋ ਕੁਝ ਹੁੰਦਾ ਤੁਹਾਨੂੰ ਪਤਾ ਹੀ ਆ, ਤੁਸੀਂ ਜਾਂਦੇ ਰਹਿੰਦੇ ਹੈਗੇ ਆ ਜਾਂ ਉਹਦੇ 'ਚ ਦੇ ਪਰ ਇੱਕ ਹੈ ਨਾ ਵੀ ਹੋਰ ਇੱਕ ਪਰ ਮਨੁੱਖ ਦੇ ਜਿਹੜੇ ਸਾਡੇ ਵਿੱਚ ਨਾ ਇੱਕ ਹੋਰ ਬੜਾ ਇਸ ਪੱਖੋਂ ਧਰਮ ਪੱਖੋਂ ਬੜਾ ਵੱਡਾ ਭੁਲੇਖਾ ਪਾਇਆ ਹੈ ਕਿ ਉਹਨਾਂ ਨੇ ਧਰਮ ਤੇ ਕਰਮ ਨੂੰ, ਜਿਹੜੇ ਪੁਜਾਰੀ ਨੇ ਇਹਨਾਂ ਨੇ ਧਰਮ ਤੇ ਕਰਮ ਨੂੰ ਵੱਖਰੇ ਕਰ ਦਿੱਤਾ ਹੈ। ਮਨੁੱਖ ਨੂੰ ਅਗਿਆਨੀ ਰੱਖਣ ਦਾ ਇੱਕ ਤਰੀਕਾ ਹੈ, ਅਖੰਡ ਪਾਠ ਕਰਾ ਲਓ, ਪਾਠ ਕਰ ਲਓ, ਤੀਰਥਾਂ ਤੇ ਇਸ਼ਨਾਨ ਕਰ ਲਓ, ਐਨੇ ਜਪਜੀ ਸੁਖਮਨੀ ਪਾਠ ਕਰ ਲਓ, ਹੋਰ ਬਹੁਤ ਐਸੇ ਕਰਮ ਤੁਹਾਨੂੰ ਦੱਸੇ ਜਾਂਦੇ ਨੇ। ਸਮਝਣ ਦੀ ਲੋੜ ਨਹੀਂ ਹੈ, ਤੁਹਾਡੇ ਆਪੇ ਹੀ ਕੰਮ ਠੀਕ ਹੋ ਜਾਣੇ, ਹੈ ਨਾ। ਸਮਝਣ ਦੀ ਲੋੜ ਨਹੀਂ ਹੈ, ਪਰ ਇਹ ਨਹੀਂ ਸਮਝਾਇਆ ਜਾਂਦਾ ਹੈ ਕਿ ਇਹ ਸਾਰਾ ਕਰਨ ਦਾ ਮਕਸਦ ਇਹ ਧਰਮ ਹੈ, ਇਹ ਸਾਰਾ ਕਰਨ ਦਾ ਮਕਸਦ ਤੁਹਾਡੇ ਐਕਸ਼ਨਸ ਬਦਲਣ, ਇਹ ਸਾਰਾ ਕੁਝ ਤੁਹਾਡੇ ਰੋਜ਼ਾਨਾ ਜੀਵਨ ਦੇ ਵਿੱਚੋਂ ਰਿਫਲੈਕਟ ਹੋਵੇ। ਅਦਰਵਾਈਜ਼ ਇਹ ਕਰਨ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਹੈਗਾ। ਜਦੋਂ ਕਿਰਦਾਰ ਨਹੀਂ ਬਦਲਿਆ, ਤੁਹਾਡੇ ਐਕਸ਼ਨਸ ਦੇ ਵਿੱਚ ਉਹ ਚੀਜ਼ ਦਿਖਾਈ ਨਹੀਂ ਦਿੱਤੀ, ਤਾਂ ਕਿੰਨੇ ਮਰਜ਼ੀ ਤੁਸੀਂ ਪਾਠ ਕਰੀ ਜਾਓ, ਕਿੰਨੇ ਮਰਜ਼ੀ ਅਖੰਡ ਪਾਠ ਕਰੀ ਜਾਓ, ਮੀਨਿੰਗਲੈਸ ਹੈਗੀ ਹੈ। ਇਸੇ ਕਰਕੇ ਇਹ ਜੋ ਇਸ ਸਮੇਂ ਸਾਡੇ ਸਮਾਜ ਵਿੱਚ ਹੋ ਰਿਹਾ, ਸਾਡੇ ਸਾਹਮਣੇ ਹੀ ਹੈਗਾ ਕਿ ਕਿੰਨੇ ਸਾਰੇ ਚੈਲੰਜਸ ਅਸੀਂ ਫੇਸ ਕਰ ਰਹੇ ਹਾਂ, ਕਿੰਨਾ ਪਾਠ ਸਭ ਕੁਝ ਹੋ ਰਿਹਾ ਹੈ। ਅਗੇਨ ਪਾਠ ਕਰਨਾ ਬਹੁਤ ਵਧੀਆ, ਲੇਕਿਨ ਜਿਸ ਤਰੀਕੇ ਨਾਲ, ਜਿਸ ਮਕਸਦ ਨਾਲ ਹੋ ਰਿਹਾ ਹੈ, ਉਹਦਾ ਐਂਡ ਰਿਜ਼ਲਟ ਕੀ ਹੋ ਰਿਹਾ? ਉਹ ਹੈ ਨਾ ਵੀ ਜੇ ਕਹਿੰਦੇ ਨੇ ਵੀ ਜੇ ਇਕੱਲਾ ਧਰਮ ਹੈ, ਕਰਮ ਨਹੀਂ ਹੈ, ਵਿਖਾਵਾ ਹੈ, ਠੀਕ, ਪਖੰਡ ਹੈ। ਜੇ ਤੁਹਾਡੇ ਕਰਮ ਨੇ ਪਰ ਇਹ ਧਰਮ ਨਹੀਂ ਹੈ ਤਾਂ ਉਹ ਕਰਮ ਵੀ ਜਿਹੜੇ ਪਾਪ ਵਰਗੇ ਹੋਣਗੇ। ਸੋ ਇਸ ਕਰਕੇ ਜਿਹੜਾ ਹੈਗਾ ਸਾਨੂੰ ਜਿਹੜਾ ਜੇ ਸੱਚ ਦਾ ਮਾਰਗ ਇਸ ਤਰ੍ਹਾਂ ਦਿਖਾਇਆ ਜਾਂਦਾ ਨਾ ਵੀ ਉਹ ਪਾਠ ਕਰ ਲਓ ਤੁਹਾਡਾ ਠੀਕ ਹੋ ਜਾਏਗਾ, ਜਾਂ ਲਿਟਰਲ ਮੀਨਿੰਗ ਸਾਨੂੰ ਸਮਝਾਏ ਜਾਂਦੇ ਨੇ, ਤੇ ਉਹਦੇ ਨਾਲ ਜਿਹੜਾ ਹਰਪ੍ਰੀਤ ਜੀ ਸਾਡਾ ਜਿਹੜਾ ਜੀਵਨ ਆ ਮਤਲਬ ਦਾ ਹਰ ਇੱਕ ਹਿਊਮਨ ਦੇ ਵਿੱਚ, ਅਖੀਰ ਦੇ ਵਿੱਚ ਗੱਲ ਕਰਦੇ ਨੇ ਵੀ ਹਰ ਇੱਕ ਹਿਊਮਨ ਦੇ ਅੰਦਰ ਮਨ ਤੂ ਜੋਤ ਰੂ ਆਪਣਾ ਮੂਲ ਪਛਾਣ ਇੱਕ ਡਿਵਾਈਨ ਜਿਹੜੀ ਲਾਈਟ ਹੈਗੀ ਆ, ਐਨਲਾਈਟਨਮੈਂਟ ਹਰ ਇੱਕ ਦੇ ਅੰਦਰ ਹੈਗੀ ਹੈ, ਪਰ ਉਹ ਤਾਂ ਹੀ ਜਾਗੇਗੀ ਲਾਈਟ ਜੇ ਸਾਨੂੰ ਅਸੀਂ ਰਹੀ ਸਾਸਤਾ ਪੜਾਂਗੇ, ਕਰਮਕਾਂਡਾਂ ਦਾ, ਅੰਧ ਵਿਸ਼ਵਾਸਾਂ ਦਾ ਰਾਸਤਾ ਛੱਡ ਕੇ ਨਾ, ਜੇ ਰਹੀ ਸਹੀ ਪਾਸੇ ਲੱਗਾਂਗੇ, ਉਹਦੇ ਵਿੱਚੋਂ ਹੀ ਸਾਨੂੰ ਜਿਹੜੀ ਪੀਸ, ਹੈਪੀਨੈਸ ਆ ਉਹ ਮਿਲ ਸਕੇਗੀ। ਅਦਰਵਾਈਜ਼ ਅਸੀਂ ਇਸੇ ਰਾਸਤੇ ਤੇ ਤੁਰੇ ਚੱਲਾਂਗੇ ਤਾਂ ਉਹ ਮੁਸੀਬਤਾਂ ਜਿਹੜੀਆਂ ਦੁੱਖ, ਕਲੇਸ਼, ਚਿੰਤਾ, ਬੇਚੈਨੀ ਹਰ ਰੋਜ਼ ਆਪਣੇ ਆਲੇ ਦੁਆਲੇ ਵੇਖਦੇ ਹੈਗੇ ਆ, ਘਰਾਂ 'ਚ ਵੇਖਦੇ ਹੈਗੇ ਆ, ਤੇ ਉਹ ਜੀਵਨ ਹੈ ਜਿਹੜਾ ਫਿਰ ਉਹ ਐਸਾ ਹੀ ਚੱਲਦਾ ਹੀ ਰਹੇਗਾ। ਬਿਲਕੁਲ ਜੀ, ਅਖਵਾਨੇ ਆ ਸਿੱਖ ਪਰ ਹੱਥਾਂ 'ਚ ਮੁੰਦਰੀਆਂ ਪਾਈਆਂ ਹੋਏ ਨੇ। ਪੰਡਤਾਂ ਕੋਲ ਜਾ ਕੇ ਅਸੀਂ ਪੁੱਛਦੇ ਹਾਂ ਕਿ ਜੀ ਕੀ ਹੋਣ ਵਾਲਾ ਸਾਡੇ ਨਾਲ। ਉਸ ਗੁਰੂ ਤੇ ਸਾਡਾ ਜਿਹੜਾ ਵਿਸ਼ਵਾਸ ਸੀ ਉਹ ਬਣ ਨਹੀਂ ਸਕਿਆ, ਕਿਉਂਕਿ ਇਹ ਜੋ ਜਿਸ ਤਰੀਕੇ ਨਾਲ ਪ੍ਰਚਾਰ ਹੁੰਦਾ ਰਿਹਾ ਉਹ ਵਹਿਮਾਂ ਭਰਮਾਂ 'ਚ ਹੀ ਪਾਉਂਦਾ ਗਿਆ, ਨਾ ਕਿ ਜੀਵਨ ਜਾਚਦਾ ਸੀ। ਉਸੇ ਕਰਕੇ ਜਿਹੜੇ ਡਿਵੋਰਸ ਨੇ, ਡਰੱਗਾਂ ਨੇ, ਕਲੇਸ਼ ਆ ਤੇ ਬੈਰ ਵਿਰੋਧ ਆ, ਉਹ ਫਿਰ ਬਣੇ ਰਹਿਣੇ ਹੈਗੇ ਨੇ, ਉਹਨਾਂ ਤੋਂ ਛੁਟਕਾਰਾ ਨਹੀਂ ਮਿਲਣਾ ਹੈਗਾ। ਥੈਂਕ ਯੂ ਜੀ। ਆਉਣ ਵਾਲੇ ਪ੍ਰੋਗਰਾਮਸ ਵਿੱਚ ਹੋਰ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੀ, ਕਿਉਂਕਿ ਸਲੋਲੀ ਗ੍ਰੈਜੂਅਲੀ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ, ਕਿਉਂਕਿ ਇੱਕ ਫਾਊਂਡੇਸ਼ਨ ਹੈਗੀ ਹੈ, ਐਂਡ ਫਰਦਰ ਔਨ ਵੀਲ ਡਿਸਕਸ ਇਨ ਡਿਟੇਲਸ ਕਿ ਕੀ ਕੀਤਾ ਮੀਨਿੰਗ ਕੀ ਹੈ, ਅਸੀਂ ਨਿਕਲਣਾ ਕਿਵੇਂ ਇਹਨਾਂ ਚੋਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 6046037555। ਡਾਕਟਰ ਕੰਡੋਲਾ ਨਾਲ ਡਾਇਰੈਕਟਲੀ ਗੱਲਬਾਤ ਕਰਨੀ ਹੋਵੇ ਤਾਂ 6048391308 ਤੇ ਫੋਨ ਕਰ ਸਕਦੇ ਹੋ। ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ harpreetsingh@gmail.com। ਤੁਹਾਡੇ ਕੋਲ ਕੋਈ ਟੌਪਿਕ ਹੋਵੇ ਜਿਹੜੇ ਅਸੀਂ ਡਿਸਕਸ਼ਨਸ ਕਰ ਰਹੇ ਹਾਂ, ਕੁਝ ਪੁੱਛਣਾ ਹੋਵੇ, ਕੁਝ ਇਨਹੈਂਸ ਕਰਨਾ ਹੋਵੇ ਤਾਂ ਜ਼ਰੂਰ ਸੰਪਰਕ ਕਰਿਆ ਕਰੋ, ਕਿਉਂਕਿ ਫੀਡਬੈਕ ਰਾਹੀਂ ਹੀ ਅਸੀਂ ਸਮਝ ਸਕਦੇ ਹਾਂ ਕਿ ਕਿਹੜੀਆਂ ਚੀਜ਼ਾਂ ਦੇ ਬਾਰੇ ਤੁਸੀਂ ਚਾਹੁੰਦੇ ਹੋ ਕੋਈ ਗੱਲਬਾਤ ਹੋਵੇ। ਸੋ ਜ਼ਰੂਰ ਸੰਪਰਕ ਕਰਿਆ ਕਰੋ। ਤੇ ਉਸ ਦੇ ਨਾਲ ਹੀ ਇਹ ਪ੍ਰੋਗਰਾਮਸ ਜਿਹੜਾ ਤੁਹਾਡੇ ਤੱਕ ਲੈ ਕੇ ਆਉਂਦੇ, ਇਸ ਵਿੱਚ ਅਸੀਂ ਜੋਏ TV ਕੋਲੋਂ ਹਰ ਰੋਜ਼ ਸਮਾਂ ਖਰੀਦ ਕੇ ਘੰਟੇ ਦਾ ਤੁਹਾਡੇ ਘਰਾਂ ਵਿੱਚ ਆ ਕੇ ਇਹਨਾਂ ਟੌਪਿਕਸ ਨੂੰ ਲੈ ਕੇ ਆਉਂਦੇ ਹਾਂ, ਜਿਸ ਵਿੱਚ ਕਿ ਅਸੀਂ ਹਮੇਸ਼ਾ ਹੀ ਫੋਕਸ ਕਰਨੇ ਹਾਂ ਪੋਜ਼ਿਟਿਵਿਟੀ ਦੇ ਉੱਤੇ। ਜੋ ਆਲੇ ਦੁਆਲੇ ਸਾਡੇ ਹੋ ਰਿਹਾ ਉਸ ਨੂੰ ਉਭਾਰਦੇ ਹਾਂ, ਅਤੇ ਧਰਮ, ਸਪਿਰਿਚੁਅਲਿਟੀ ਇੱਕ ਬਹੁਤ ਵੱਡਾ ਅਹਿਮ ਰੋਲ ਨਿਭਾਉਂਦਾ ਹੈ ਸਾਡੇ ਜੀਵਨ ਦੇ ਵਿੱਚ। ਤੁਹਾਡੇ ਜਿਸ ਵੀ ਧਰਮ ਵਿੱਚ ਤੁਹਾਡੀ ਆਸਥਾ ਹੈ, ਮੁਬਾਰਕ ਹੋਵੇ ਤੁਹਾਨੂੰ, ਪਰ ਆਓ ਪਰਪੱਕ ਹੋਈਏ ਉਸੇ ਧਰਮ ਵਿੱਚ ਅਤੇ ਇੱਕ ਚੰਗੇ ਇਨਸਾਨ ਬਣ ਕੇ ਆਪਣਾ ਯੋਗਦਾਨ ਪਾ ਸਕੀਏ। ਇਸ ਪ੍ਰੋਗਰਾਮ ਨੂੰ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਅਸੀਂ ਮੰਗ ਕਰਦੇ ਹਾਂ ਜੀ ਕਿ ਥਰੂ ਐਡਵਰਟਾਈਜ਼ਮੈਂਟਸ ਜਾਂ ਸਪਾਂਸਰਸ਼ਿਪਸ, ਜੇਕਰ ਇਹ ਪ੍ਰੋਗਰਾਮ ਚਾਹੁੰਦੇ ਹੋ ਤੁਸੀਂ ਚੱਲਦਾ ਰਹੇ ਤਾਂ ਜ਼ਰੂਰ ਸਾਡਾ ਸਾਥ ਦਿਓ, ਤਾਂ ਕਿ ਅਸੀਂ ਨਿਰੰਤਰ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕੀਏ। ਲੈਣਾ ਆ ਗਿਆ, ਕੋਈ ਵੀ ਇਨਫੋਰਮੇਸ਼ਨ ਲੈਣੀ ਹੋਏ ਤਾਂ 604 603 7555 ਤੇ ਫੋਨ ਕਰ ਸਕੋਗੇ। ਫਿਰ ਮੁਲਾਕਾਤ ਹੋਵੇਗੀ, ਤਦ ਤੱਕ ਗੁੱਡ ਬਾਏ।